ਸੰਤ ਜਨ ਇਸ ਮ੍ਰਿਤ ਲੋਕ ਵਿੱਚ ਆਮ ਲੋਕਾਂ ਦੀ ਭਾਂਤੀ ਨਿਮਨ ਜੁਨੀਆਂ ਦੇ ਮਨੁੱਖੀ ਸਰੀਰ ਵਿੱਚ ਨਹੀਂ ਆਉਂਦੇ, ਬਲਕਿ ਉਹ ਧੁਰਧਾਮ ਦੇ ਵਾਸੀ ਅਤੇ ਇਲਾਹੀ ਸਰੂਪ ਹੁੰਦੇ ਨੇ ਅਤੇ ਰੂਹਾਂ ਦੇ ਉਧਾਰ ਲਈ ਹੀ ਇਸ ਮ੍ਰਿਤ ਲੋਕ ਵਿੱਚ ਅਵਤਾਰ ਧਾਰਨ ਕਰਦੇ ਨੇ। ਸੰਤ ਲੋਕਾਂ ਦਾ ਆਜੀਵਨ ਧਰਮਾਂ ਦੀ ਸਿੱਖਿਆਵਾਂ ਤੇ ਚੱਲਣ ਦੀ ਪ੍ਰੇਰਨਾ ਦੇਣ ਵਿੱਚ ਪ੍ਰਯਾਸਰਤ ਰਹਿੰਦਾ ਹੈ। ਉਹ ਆਪਣੀ ਓਜਸਵੀ ਬਾਣੀ ਅਤੇ ਪਾਵਨ ਸਨਿਧਿਆ ਦੇ ਪ੍ਰਤਾਪ ਨਾਲ ਦੁਸ਼ਪਰਵਰਤੀ ਦੇ ਲੋਕਾਂ ਨੂੰ ਵੀ ਧਰਮਨਿਸ਼ਟ ਅਤੇ ਭਗਤ ਬਣਾ ਦਿੰਦੇ ਨੇ। ਸੰਤਾਂ ਦਾ ਪਾਵਨ ਜੀਵਨ ਪਰਮਾਰਥ ਤੇ ਹੀ ਆਧਾਰਿਤ ਹੁੰਦਾ ਹੈ। ਇਸੇ ਤਰ੍ਹਾਂ ਸਰਵ ਧਰਮ ਸੰਗਮ ਦੇ ਪ੍ਰਤੀਕ ਡੇਰਾ ਸੱਚਾ ਸੌਦਾ ਦੀ ਪ੍ਰਿਸ਼ਠ ਭੂਮੀ ਨਾਲ ਵੀ ਸੱਚੇ ਮੁਰਸ਼ਿਦ ਸ਼ਾਹ ਸਤਨਾਮ ਜੀ ਮਹਾਰਾਜ ਦਾ ਨਾਮ ਜੁੜਿਆ ਹੋਇਆ ਹੈ। ਆਪ ਜੀ ਨੇ ਕਦੇ ਵੀ ਆਪਣੇ ਸਰੀਰਕ ਕਸ਼ਟਾਂ ਦੀ ਪਰਵਾਹ ਨਾ ਕਰਦੇ ਹੋਏ ਇਨਸਾਨੀਅਤ ਅਤੇ ਪਰਮਾਰਥੀ ਸੇਵਾ ਲਈ ਆਪਣੇ ਸਮਸਤ ਭੌਤਿਕ ਸੁੱਖਾਂ ਦੀ ਆਹੂਤੀ ਦੇ ਦਿੱਤੀ। ਆਓ ਆਪ ਜੀ ਦੇ ਪਾਕ ਪਵਿੱਤਰ ਜੀਵਨ ਬਾਰੇ ਜਾਣਦੇ ਹਾਂ। ਡੇਰਾ ਸੱਚਾ ਸੌਦਾ ਦੇ ਇਤਿਹਾਸ ਦੇ ਸਵਰਨਿਮ ਅੱਖਰਾਂ ਵਿੱਚ ਜੇਕਰ ਕਿਸੇ ਧਰਤੀ ਦਾ ਨਾਮ ਆਉਂਦਾ ਹੈ ਤਾਂ ਉਹ ਧਰਤੀ ਦੀ ਮਿੱਟੀ ਸ਼੍ਰੀ ਜਲਾਲਾਣਾ ਸਾਹਿਬ ਦੀ, ਜਿਹਨੂੰ ਸਜਦਾ ਅਸੀਂ ਕਰਦੇ ਹਾਂ, ਕਿਉਂਕਿ ਇਸ ਧਰਤੀ ਨੇ ਸਾਨੂੰ ਪੂਰੀ ਦੁਨੀਆ ਨੂੰ ਉਹ ਸਤਨਾਮ ਦਿੱਤਾ ਜਿਸ ਦੇ ਸਹਾਰੇ ਖੰਡ ਬ੍ਰਹਿਮੰਡ ਖੜੇ ਨੇ। ਇਸ ਵੇਲੇ ਅਸੀਂ ਉਸੇ ਹੀ ਦਰਬਾਰ ਯਾਨੀ ਕਿ ਇਸ ਦਰਬਾਰ ਨੂੰ ਜਿਹੜੀ ਇੱਥੋਂ ਦੀ ਧਰਤੀ ਹੈ, ਉਸ ਧਰਤੀ ਨੇ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪਰਮ ਪਿਤਾ ਜੀ ਸ਼ਾਹ ਸਤਨਾਮ ਜੀ ਮਹਾਰਾਜ ਜੀ ਦੇ ਜਨਮ ਸਥਲੀ ਦਾ ਗੌਰਵ ਹਾਸਿਲ ਕੀਤਾ ਹੈ। ਤਸਵੀਰਾਂ ਤੁਹਾਨੂੰ ਸ਼੍ਰੀ ਜਲਾਲਾਣਾ ਸਾਹਿਬ ਦੇ ਮੁੱਖ ਦਰਬਾਰ ਦੀਆਂ ਦਿਖਾ ਰਹੇ ਹਾਂ। ਇਸ ਧਰਤੀ ਨੂੰ ਹਰ ਡੇਰਾ ਸ਼ਰਧਾਲੂ ਇੱਕ ਤੀਰਥ ਸਥਾਨ ਮੰਨਦਾ ਹੈ। ਉਸੇ ਤੀਰਥ ਸਥਾਨ ਦੀ ਕਹਾਣੀ ਅੱਜ ਅਸੀਂ ਤੁਹਾਨੂੰ ਆਪਣੇ ਸੱਚਖੋਂ ਪੰਜਾਬੀ ਚੈਨਲ ਰਾਹੀਂ ਦਿਖਾਉਣ ਜਾ ਰਹੇ ਹਾਂ ਤੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ, ਖਾਸ ਕਰ ਉਹ ਲੋਕ ਜਿਨ੍ਹਾਂ ਨੇ ਦੂਜੀ ਪਾਤਸ਼ਾਹੀ ਨਾਲ ਵਕਤ ਗੁਜ਼ਾਰਿਆ ਅਤੇ ਉਹਨਾਂ ਨਾਲ ਰਹਿ ਕੇ ਕੀ ਕੁਛ ਉਹਨਾਂ ਨੇ ਅਨੁਭਵ ਕੀਤਾ ਤੇ ਐਸੀਆਂ ਗੱਲਾਂ ਜਿਹੜੀਆਂ ਆਪਾਂ ਗ੍ਰੰਥਾਂ ਵਿੱਚ ਤਾਂ ਜ਼ਰੂਰ ਪੜ੍ਹੀਆਂ ਪਰ ਉਹਨਾਂ ਨੂੰ ਸੁਣੀਆਂ ਨਹੀਂ। ਅੱਜ ਉਸੇ ਬੰਦਿਆਂ ਤੋਂ ਅਸੀਂ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਯਾਨੀ ਕਿ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਦੀਆਂ ਉਹ ਗੱਲਾਂ ਸੁਣਾਵਾਂਗੇ। ਤਾਂ ਆਓ ਤੁਹਾਨੂੰ ਮਿਲਾਉਂਦੇ ਹਾਂ ਇਹੋ ਜਿਹੇ ਬੰਦਿਆਂ ਨੂੰ ਜਿਨ੍ਹਾਂ ਨੇ ਦੂਜੀ ਪਾਤਸ਼ਾਹੀ ਨਾਲ ਸਮਾਂ ਬਿਤਾਇਆ। ਅਸੀਂ ਇਸ ਵੇਲੇ ਉਸੇ ਤੀਰਥ ਸਥਾਨ ਤੇ ਮੌਜੂਦ ਹਾਂ ਜਿਸ ਨੂੰ ਸ਼੍ਰੀ ਜਲਾਲਾਣਾ ਸਾਹਿਬ ਦੀ ਧਰਤੀ ਕਿਹਾ ਜਾਂਦਾ ਹੈ। ਇਹ ਹਰ ਡੇਰਾ ਸ਼ਰਧਾਲੂ ਵਾਸਤੇ ਇੱਕ ਤੀਰਥ ਸਥਾਨ ਹੈ। ਇਸ ਦਰਬਾਰ ਦੀ ਤੁਹਾਨੂੰ ਜਾਣਕਾਰੀ ਦੇ ਦਈਏ ਤਾਂ ਦੂਜੀ ਪਾਤਸ਼ਾਹੀ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਨੇ ਆਪਣੇ ਖੂਨ ਪਸੀਨੇ ਦੀ ਮਿਹਨਤ ਨਾਲ ਤੇ ਕਮਾਈ ਨਾਲ ਇਸ ਦਰਬਾਰ ਨੂੰ ਬਣਾਉਣ ਵਿੱਚ ਸਹਿਯੋਗ ਕੀਤਾ ਸੀ ਤੇ ਉਸ ਤੋਂ ਬਾਅਦ ਪਹਿਲੀ ਪਾਤਸ਼ਾਹੀ ਯਾਨੀ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਇਸੇ ਧਰਤੀ ਤੇ 18 ਦਿਨ ਰਹੇ ਸੀ। ਤੇ ਸਾਡੇ ਨਾਲ ਇਸ ਵੇਲੇ ਜ਼ਿਆਦਾ ਗੱਲਬਾਤ ਕਰਨ ਲਈ ਪਿੰਡ ਦੇ ਕੁਝ ਲੋਕ ਮੌਜੂਦ ਲੋਕ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਪਰਮ ਪਿਤਾ ਜੀ ਦੇ ਜੀਵਨ ਬਾਰੇ। ਪਹਿਲਾਂ ਪਰਮ ਪਿਤਾ ਜੀ ਕਿੱਦਾਂ ਪਿੰਡ 'ਚ ਰਹਿੰਦੇ ਸੀ ਤੇ ਤਮਾਮ ਗੱਲਾਂ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਖਰਾਜ ਸਿੰਘ ਚੌਧਰੀ ਕਹਿ ਦਿੰਦੇ ਆ। ਚੌਧਰੀ ਸਾਹਿਬ, ਤੁਸੀਂ ਉਸ ਟਾਈਮ ਸੀਗੇ ਜਾਂ ਤੁਹਾਡੇ ਫਾਦਰ ਸਾਹਿਬ ਸੀ ਕਿ ਜਦੋਂ ਪਰਮ ਪਿਤਾ ਜੀ ਦੇ ਨਾਲ ਤੁਸੀਂ ਰਹਿੰਦੇ ਹੁੰਦੇ ਸੀ? ਮੈਂ ਨਾਲ ਨਹੀਂ ਰਹਿੰਦਾ ਸੀ ਜੀ, ਮੇਰੇ ਬਾਪ ਨਾਲ ਬਹੁਤ ਰਹੇ ਹੈ। ਮੇਰੇ ਬਾਪ ਦਾ ਗੁਆਂਢ ਸੀ ਇਹਨਾਂ ਨਾਲ। ਸਾਡੇ ਘਰ ਦੇ ਨਾਲ ਪਰਮ ਪਿਤਾ ਜੀ ਦਾ ਘਰ ਸੀ ਤੇ ਪਰਮ ਪਿਤਾ ਜੀ ਬਚਪਨ ਤੋਂ ਹੀ ਸ਼ੁਰੂ ਤੋਂ ਹੀ ਪਾਠ ਪੂਜਾ ਕਰਦੇ ਸੀ। ਪਾਠ ਕਰਨਾ, ਖੰਡ ਪਾਠ ਕਰਨਾ, ਕੀਰਤਨ ਬੋਲਦੇ, ਕੀਰਤਨ ਢੋਲਕੀ ਬਾਜੇ ਤੇ ਗੁਰਬਾਣੀ ਦਾ ਜਾਪ ਕਰਦੇ, ਲੋਕਾਂ ਤੋਂ ਕਰਵਾਉਂਦੇ, ਲੋਕਾਂ ਨੂੰ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਨਾਮ ਜਪਣ ਵਾਸਤੇ ਪ੍ਰੇਰਿਤ ਕਰਦੇ ਸੀ। ਲੋਕਾਂ ਤੋਂ ਦੱਸਣ ਤੋਂ ਇਹ ਗੱਲ ਮਿਲੀ ਹੈ ਵੀ ਉਹਨਾਂ ਨੇ ਜੇ ਕਿਸੇ ਦਾ ਕੋਈ ਝਗੜਾ ਹੋ ਜਾਂਦਾ ਆਪ ਦਾ ਘਰੇਲੂ ਕੰਮ ਕਾਰੋਬਾਰ ਛੱਡ ਕੇ ਤੇ ਲੋਕਾਂ ਨੂੰ ਇੱਕ ਹੋ ਕੇ ਮਿਲ ਕੇ ਰਹਿਣ ਦਾ ਤਜਰਬਾ ਸਿਖਾਇਆ। ਜਾਣੀ ਕਿ ਮਤਲਬ ਸਮਝਾਇਆ ਲੋਕਾਂ ਨੂੰ ਵੀ ਲੜਨਾ ਭਿੜਨਾ ਨਹੀਂ, ਪ੍ਰੇਮ ਕਰਨ ਵਿੱਚ ਸਹਿਯੋਗ ਦਿੰਦੇ ਸੀ ਲੋਕਾਂ ਦੀ ਇਕੱਤਰਤਾ ਵਾਸਤੇ। ਨਗਰ ਦਾ ਗੁਰਦੁਆਰਾ ਵੀ ਉਹਨਾਂ ਦੀ ਰਹਿਨੁਮਾਈ 'ਚ ਹੀ ਬਣਿਆ। ਉਹਨਾਂ ਨੇ ਮਤਲਬ ਵੀ ਜਿਵੇਂ ਬਾਸ਼ ਵਗੈਰਾ ਕਹਿ ਦਿੰਦੇ ਆ ਸਾਡੇ ਵੀ 2 ਰੁਪਏ ਕਿੱਲਾ ਜਾਂ 5 ਰੁਪਏ ਕਿੱਲਾ, ਪਰਮ ਪਿਤਾ ਜੀ ਨੇ ਅਗਰਾਹੀ ਕਰਕੇ ਆਪ ਬਹੁਤ ਵੱਡੇ ਮਾਲਕ ਸੀ। ਆਪ ਤਾਂ ਪਰਮ ਪਿਤਾ ਜੀ ਨੇ ਹਜ਼ਾਰਾਂ ਰੁਪਏ ਲਾਇਆ ਗੁਰਦੁਆਰੇ 'ਤੇ ਇਕੱਠੇ ਕਰਕੇ। ਫਿਰ ਆਪ ਪਰਮ ਪਿਤਾ ਜੀ ਨੇ ਖੁਦ ਮਤਲਬ ਇੱਟਾਂ ਫੜਾਈਆਂ ਗੁਰਦੁਆਰੇ 'ਚ, ਗੁਰਦੁਆਰਾ ਬਣਾ ਕੇ ਬਹੁਤ ਰੰਗ ਰੋਂਗ ਕਰਕੇ ਫਿਰ ਬਹੁਤ ਖੁਸ਼ ਹੋਏ। ਉੱਥੇ ਖੰਡ ਪਾਠ ਕਰਵਾਇਆ ਤੇ ਫਿਰ ਪਰਮ ਪਿਤਾ ਜੀ ਲੋਕਾਂ ਨੂੰ ਉੱਥੇ ਇਕੱਠੇ ਕਰਕੇ ਰਾਮ ਨਾਮ ਦਾ ਉਪਦੇਸ਼ ਹੀ ਦਿੰਦੇ ਸੀ ਪਹਿਲਾਂ ਤੋਂ ਹੀ। ਮਤਲਬ ਸ਼ੁਰੂ ਤੋਂ ਹੀ ਤੁਹਾਡੇ ਕਹਿਣ ਦੇ ਭਾਵ ਅਨੁਸਾਰ ਮਤਲਬ ਧਾਰਮਿਕ ਖਿਆਲਾਂ ਦੇ ਸੀ? ਬਿਲਕੁਲ ਜੀ, ਬਿਲਕੁਲ। ਉਹ ਇੰਨੇ ਪ੍ਰੇਮ ਦੇ ਪੁਜਾਰੀ ਸੀ।
ਇੱਕ ਸ਼ਬਦ ਵੀ ਕਿਸੇ ਨੂੰ ਸਾਨੂੰ ਸੁਣਨ ਚ ਆਇਆ, ਅਸੀਂ ਪੁਰਾਣੇ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ ਹੈ ਵੀ ਇੱਕ ਸ਼ਬਦ ਵੀ ਕੜਵਾ ਨਹੀਂ ਕਹਿੰਦੇ ਸੀ ਕਿਸੇ ਨੂੰ। ਸਭ ਨਾਲ, ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ, ਸਭ ਨਾਲ ਪ੍ਰੇਮ ਪੂਰਵਕ ਪਿਆਰ ਕਰਦੇ ਸੀ ਤੇ ਪ੍ਰੇਮ ਨਾਲ ਹੀ ਪੂਰਾ ਉਤਰਦੇ ਸੀ ਅਗਲੇ ਨਾਲ। ਬਿਲਕੁਲ ਚੌਧਰੀ ਸਾਹਿਬ, ਇੱਕ ਗੱਲ ਤੁਹਾਡੇ ਨਾਲ ਇਹ ਵੀ ਜਾਂਦੇ, ਜਿਸ ਧਰਤੀ ਤੇ ਇਸ ਵੇਲੇ ਅਸੀਂ ਮੌਜੂਦ ਹੈ ਜੀ, ਸਾਡੇ ਲਈ ਬਹੁਤ ਹੀ ਪਵਿੱਤਰ ਸਥਾਨ ਹੈ ਤੇ ਮੈਂ ਕਹੂੰਗਾ ਕਿ ਤੀਰਥ ਸਥਾਨ ਹੀ ਹੈ, ਬਿਲਕੁਲ ਜੀ, ਕਿਉਂਕਿ ਖੁਦਾ ਨੇ ਇਸ ਧਰਤੀ ਤੇ ਜਨਮ ਲਿਆ ਤੇ ਬਿਲਕੁਲ ਜੀ, ਸਭ ਨੂੰ ਜਿਸ ਸਤਨਾਮ ਦੇ ਸਾਰੇ ਖੰਡ ਬ੍ਰਹਮੰਡ ਖੜੇ ਨੇ, ਬਿਲਕੁਲ ਗ੍ਰੰਥਾਂ ਵਿੱਚ ਵੀ ਬੇਪਰਵਾਹੀ ਨੇ ਲਿਖਿਆ। ਬਿਲਕੁਲ ਇਸ ਧਰਤੀ ਦੇ ਇਤਿਹਾਸ ਦੇ ਬਾਰੇ ਜੇਕਰ ਗੱਲ ਕਰੀਏ ਤਾਂ ਸੁਣਨ ਚਾਹੁੰਦਾ ਹੈ ਕਿ ਪਰਮਪਿਤਾ ਨੇ ਬਣਾਇਆ, ਕੀ ਇਹਦੀ ਕਹਾਣੀ ਹੈ ਸਾਰੀ? ਕੀ ਦਰਬਾਰ ਜੀ? ਜੀ, ਇਸ ਦਰਬਾਰ ਦੀ। ਹਾਂ, ਇਹ ਪਰਮਪਿਤਾ ਜੀ ਨੇ, ਸ਼ਹਿਨਸ਼ਾਹ ਮਸਤਾਨਾ ਜੀ ਕਹਿਣ ਲੱਗੇ ਪਰਮਪਿਤਾ ਜੀ ਨੂੰ ਵੀ ਹਰਬੰਸ ਸਿੰਘ ਤੁਸੀਂ ਨਕਸ਼ਾ ਬਣਾ ਕੇ ਲਿਆਓ ਜ਼ਮੀਨ ਦਾ। ਫਿਰ ਪਰਮਪਿਤਾ ਜੀ ਨੇ ਨਕਸ਼ਾ ਬਣਾ ਕੇ ਦਿੱਤਾ, ਜਿੱਥੇ ਹੁਣ ਆਪਣਾ ਦਰਬਾਰ ਬਣਿਆ ਮੌਜ ਮਸਤਪੁਰਾ ਧਾਮ ਜੀ। ਇੱਕ ਪਾਸੇ ਤਾਂ ਨਹਿਰ ਲੱਗਦੀ ਹੈ, ਇੱਕ ਪਾਸੇ ਬਿਲਕੁਲ ਪੱਕੀ, ਹੁਣ ਤਾਂ ਰੋਡ ਬਣ ਗਈ, ਪਹਿਲਾਂ ਰਾਸਤਾ ਸੀ ਪਿਪਲੀ ਨੂੰ ਜਾਂਦਾ ਸੀ ਤੇ ਇੱਕ ਪਾਸੇ ਖਾਲਾ ਸੀ। ਖਾਲ ਹੁੰਦਾ ਪਾਣੀ ਵਾਲਾ, ਧੋੜੀ ਖਾਲ ਸੀ। ਤੇ ਪਰਮਪਿਤਾ ਜੀ ਨੇ ਜਦੋਂ ਨਕਸ਼ਾ ਮਨਜ਼ੂਰ ਕਰਿਆ ਜ਼ਮੀਨ ਦਾ, ਤੇ ਮਸਤਾਨਾ ਜੀ ਨੇ, ਸ਼ਹਿਨਸ਼ਾਹ ਮਸਤਾਨਾ ਜੀ ਨੇ ਪਹਿਲੀ ਵਾਰ ਮਨਜ਼ੂਰ ਕਰ ਲਿਆ ਉਹ। ਉਹਨਾਂ ਨੇ ਕਹਿਤਾ ਵੀ ਇੱਥੇ ਟੋਆ ਪੱਟ ਲਓ, ਕੱਚੀਆਂ ਇੱਟਾਂ ਦਾ ਬਣਾਉਣਾ ਹੈ ਤੇ ਇਹ ਜਿਹੜਾ ਟੋਆ ਹੋਊਗਾ ਇਹਦੀ ਡੱਗੀ ਬਣਾ ਲਿਓ ਬਾਅਦ 'ਚ ਪਾਣੀ ਵਾਲੀ, ਤੇ ਕੱਚੀਆਂ ਇੱਟਾਂ ਬਿਲਕੁਲ ਆਪ ਨੇ ਕੱਢਣੀਆਂ। ਉਹ ਕਹਿੰਦੇ ਵੀ ਤੁਸੀਂ ਇੱਕ ਸੈਂਚੀ ਵਾਲਾ, ਜਿਹੜਾ ਤੁਸੀਂ ਸੈਂਚਾ ਮਤਲਬ ਇੱਟਾਂ ਕੱਢਣ ਵਾਲਾ ਉਹ ਲੈ ਲਓ ਬੰਦਾ, ਤੇ ਦੂਜੀ ਸੇਵਾ ਬਿਲਕੁਲ ਆਪਦੇ ਹੱਥਾਂ ਨਾਲ ਕਰਨੀ ਹੈ। ਉਦੋਂ ਬਾਅਦ ਫਿਰ ਪਰਮਪਿਤਾ ਜੀ ਨੇ ਬੇਪਰਵਾਹ ਦਾ ਨਾਅਰਾ ਲਾ ਕੇ ਤੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ, ਬੱਚੇ ਵਗੈਰਾ ਨੂੰ, ਪੰਚਾਇਤ ਨੂੰ ਸੱਦ ਕੇ ਤੇ ਫੀਤੇ ਨਾਲ ਮਿਣਤੀ ਕਰਕੇ ਤੇ ਗੁੜ ਵੰਡ ਕੇ ਪਰਮਪਿਤਾ ਜੀ ਨੇ ਨਿਉਂ ਧਰਤੀ। ਤੇ ਫਿਰ ਦਰਬਾਰ ਪਰਮਪਿਤਾ ਜੀ ਨੇ ਆਪਦੇ ਹੱਥਾਂ ਨਾਲ ਪੂਰੀ ਸ਼ਰਧਾ ਭਾਵਨਾ ਨਾਲ, ਪੂਰੀ ਲਗਨ ਨਾਲ ਦਿਨ ਰਾਤ ਇੱਕ ਕਰਕੇ ਇਹ ਮੌਜ ਮਸਤਪੁਰਾ ਧਾਮ ਆਪ ਬਣਾਇਆ। ਪਹਿਲਾਂ ਸ਼ਹਿਨਸ਼ਾਹ ਮਸਤਾਨਾ ਜੀ ਨੇ ਇਸ ਦਰਬਾਰ ਦਾ ਨਾਂ ਰੱਖਿਆ ਸੀ ਮਸਤਪੁਰਾ ਧਾਮ। ਜਦੋਂ ਦਰਬਾਰ ਬਣਨ ਤੋਂ ਬਾਅਦ ਸ਼ਹਿਨਸ਼ਾਹ ਮਸਤਾਨਾ ਜੀ ਇੱਥੇ ਆਏ, 18 ਦਿਨ ਰਹੇ ਜੀ। ਉਹਨਾਂ ਨੇ ਸ਼ਹਿਨਸ਼ਾਹ ਮਸਤਾਨਾ ਜੀ ਆਦੇ ਵੀ ਸਤਨਾਮ ਸਿੰਘ ਅਸੀਂ ਤੇਰਾ ਇਮਤਿਹਾਨ ਲਿਆ ਤੇ ਮੌਜ ਤੇਰੇ ਤੇ ਮਸਤ ਹੋ ਗਈ। ਫਿਰ ਦਰਬਾਰ ਦਾ ਨਾਂ ਬਦਲ ਕੇ ਮੌਜ ਮਸਤਪੁਰਾ ਧਾਮ, ਜਾਂਦੇ ਹੋਏ ਮੌਜ ਮਸਤਪੁਰਾ ਧਾਮ ਰੱਖ ਗਏ। ਮਤਲਬ ਸਾਈਂ ਜੀ ਨੇ ਨਾਮ ਰੱਖਿਆ? ਹਾਂ, ਪਹਿਲਾਂ ਮੌਜਪੁਰਾ ਧਾਮ ਧਰਿਆ ਸੀ। ਜਦੋਂ ਇੱਥੇ 18 ਦਿਨ ਰਹੇ ਤੇ ਫਿਰ ਉਹਨਾਂ ਨੇ ਫਰਮਾਇਆ ਵੀ ਸਤਨਾਮ ਸਿੰਘ ਮੌਜ ਤੇਰੇ ਤੇ ਮਸਤ ਹੋ ਗਈ। ਫਿਰ ਮੌਜ ਮਸਤਪੁਰਾ ਧਾਮ ਰੱਖ ਕੇ ਫਿਰ ਅਲਵਿਦਾ ਹੋ ਗਈ। ਮਤਲਬ ਤੁਹਾਡੇ ਕਹਿਣ ਦਾ ਭਾਵ ਜਿਹੜੇ ਦੂਜੀ ਪਾਤਸ਼ਾਹੀ ਸੀ, ਉਹਨਾਂ ਦੀ ਖੂਨ ਪਸੀਨੇ ਦੀ ਜਿਹੜੀ ਮਿਹਨਤ ਸੀ, ਉਹਨਾਂ ਦੀ ਕਮਾਈ ਨੂੰ ਜਿਵੇਂ ਉਹਨਾਂ ਨੇ ਦਰਬਾਰ ਸਿੱਚਿਆ, ਉਸੇ ਜਿਹੜੀ ਮਿਹਨਤ ਨੂੰ ਦੇਖਦੇ ਹੋਏ ਉਹ ਵਚਨ ਫਰਮਾਏ ਕਿ ਤੇਰੀ ਤੇ ਮੌਜ ਮਸਤ ਹੋ ਗਈ। ਬਿਲਕੁਲ ਜੀ, ਬਿਲਕੁਲ। ਉਸ ਟਾਈਮ ਉਹਨਾਂ ਕੋਲੇ ਦੱਸਦੇ ਹੈ ਵੀ ਜਿਸ ਵੇਲੇ 1000 ਜਾਂ 800 ਰੁਪਏ ਨੂੰ ਇੱਕ ਏਕੜ ਜ਼ਮੀਨ ਮੁੱਲ ਆਉਂਦੀ ਸੀ, ਉਸ ਟਾਈਮ ਤੇ ਪਰਮਪਿਤਾ ਸ਼ਾਹ ਸਤਨਾਮ ਜੀ ਕੋਲੇ 40,000 ਰੁਪਇਆ ਨਕਦ ਦੱਸਦੇ ਆ ਲੋਕ। ਵੀ ਸਾਰਾ ਉਹ ਸ਼ਹਿਨਸ਼ਾਹ ਮਸਤਾਨਾ ਜੀ ਦੇ ਚਰਨਾਂ 'ਚ ਭੇਂਟ ਕਰਤਾ ਉਹਨਾਂ ਨੇ। ਵੀ ਕਹਿੰਦੇ ਡੇਰਾ ਬਣਾਓ, ਚਾਹੇ ਕਿਸੇ ਹੋਰ ਡੇਰੇ 'ਤੇ ਲਾਓ, ਚਾਹੇ ਸੱਚੇ ਸੌਦੇ ਦਰਬਾਰ ਲਾਓ। ਤੇ ਜਿਹੜੀ ਸ਼ਹਿਨਸ਼ਾਹ ਮਸਤਾਨਾ ਜੀ ਨੂੰ ਗੱਡੀ ਲੈ ਕੇ ਦਿੱਤੀ ਸੀ, ਉਹ ਵੀ ਪਰਮਪਿਤਾ ਜੀ ਨੇ ਆਪਦੇ ਰੁਪਈਆਂ ਦੇ ਲੈ ਕੇ ਦਿੱਤੀ ਸੀ। ਮਤਲਬ ਇਹ ਸਭ ਜਿਹੜੀ ਭਗਤੀ ਸੀ, ਇਹ ਗੁਰਗੱਦੀ ਤੋਂ ਬੈਠਣ ਤੋਂ ਪਹਿਲਾਂ ਦੀ ਭਗਤੀ ਸੀ? ਬਿਲਕੁਲ ਜੀ, ਬਿਲਕੁਲ ਬਿਲਕੁਲ। ਜਿਹੜੀ ਸ਼ਹਿਨਸ਼ਾਹ ਮਸਤਾਨਾ ਜੀ ਨੂੰ ਗੱਡੀ ਲੈ ਕੇ ਦਿੱਤੀ ਸੀ ਨਾ 12,000 ਦੀ, ਐਸੇ ਇੱਕ ਬਾਬਾ ਚੰਦ ਸਿੰਘ ਸੀਗਾ, ਉਹ ਦੱਸਦਾ ਹੁੰਦਾ ਸੀ ਵੀ ਸ਼ਹਿਨਸ਼ਾਹ ਮਸਤਾਨਾ ਜੀ ਵਾਸਤੇ ਵੀ ਉਹਨਾਂ ਨੇ ਸੋਚਿਆ ਵੀ ਐਡੀ ਵੱਡੀ ਤਾਕਤ ਤੁਰ ਕੇ ਜਾਂਦੇ ਐ, ਤੇ ਉਹਨਾਂ ਨੇ ਫਿਰ ਗੱਡੀ 12,000 ਦੀ ਪਰਮਪਿਤਾ ਜੀ ਨੇ ਆਪਦੇ ਪੈਸਿਆਂ ਦੀ ਸ਼ਹਿਨਸ਼ਾਹ ਮਸਤਾਨਾ ਜੀ ਨੂੰ ਖਰੀਦ ਕੇ ਭੇਂਟ ਕਰੀ ਸੀ ਉਹਨਾਂ ਦੇ ਚਰਨਾਂ 'ਚ। ਤੇ ਇਸੇ ਡਿੱਗੀ ਦਾ ਜ਼ਿਕਰ ਕਰ ਰਹੀ ਤੁਸੀਂ, ਜਿਸ ਪ੍ਰਕਾਰ ਕਿਹਾ ਉਹ ਗੱਡੀ ਡਿੱਗੀ ਜਿਹੜੀ ਖੁਦਵਾਈ ਸੀ? ਹਾਂਜੀ ਹਾਂ, ਇਹ ਸ਼ਹਿਨਸ਼ਾਹ ਮਸਤਾਨਾ ਜੀ ਦੇ ਹੁਕਮ ਨਾਲ ਉਹਨਾਂ ਨੇ ਕਿਹਾ ਸੀ ਜੀ ਵੀ ਇਹਦੀਆਂ ਪਹਿਲਾਂ ਤਾਂ ਇਹ ਤੋਂ ਇੱਟਾਂ ਕੱਢ ਲਓ, ਮਿੱਟੀ ਕੱਢ ਲਓ, ਬਾਅਦ 'ਚ ਟੋਆ ਬਣ ਜੂਗਾ, ਫਿਰ ਇਹ ਟੋਏ ਦੀ ਡੱਗੀ ਬਣਾ ਲਿਓ। ਡੱਗੀ ਬਣਾ ਕੇ ਬਾਅਦ 'ਚ ਇਹਨੂੰ ਪੱਕੀ ਕਰਤਾ। ਇਹ ਅੱਜ ਵੀ ਉਹੀ ਡਿੱਗੀ ਪੂਰੇ ਇਸਤੇਮਾਲ ਵਿੱਚ ਲਈ ਜਾਂਦੀ ਹੈ? ਹਾਂ ਬਿਲਕੁਲ ਜੀ, ਬਿਲਕੁਲ। ਬਹੁਤ ਵਧੀਆ ਪਵਿੱਤਰ ਪਾਣੀ ਹੈ ਜੀ ਇਹਦਾ। ਕਈ ਲੋਕ ਤਾਂ ਪਾਣੀ ਇੱਥੋਂ ਸ਼ਰਧਾ ਨਾਲ ਲੈ ਵੀ ਜਾਂਦੇ ਆ ਜੀ ਬੋਤਲ ਭਰ ਕੇ। ਚੌਧਰੀ ਸਾਹਿਬ, ਇਹ ਦਰਖਤ ਦੀ ਕੀ ਕਹਾਣੀ ਹੈ? ਇਹਦਾ ਵੀ ਕੋਈ ਰਾਜ ਹੈ? ਇਹ ਜਿਹੜੇ ਅੰਬ ਦਾ ਦਰਖਤ ਹੈ, ਇਹ ਦੱਸਦੇ ਆ ਜੀ ਵੀ ਸ਼ਹਿਨਸ਼ਾਹ ਮਸਤਾਨਾ ਜੀ ਇੱਥੇ ਆਏ ਸੀ ਤੇ ਉਹਨਾਂ ਨੇ
ਅੰਬ ਖਾ ਕੇ ਤੇ ਇੱਥੇ ਇੱਕ ਗੁਠਲੀ ਫੈਂਕਤੀ ਤੇ ਵੈਸੇ ਉਹਦੇ ਉੱਤੇ ਕੋਈ ਮਿੱਟੀ ਮੁੱਟੀ ਪੈ ਕੇ ਉਹ ਉੱਗ ਰਿਹਾ ਆ ਤੇ ਉਹ ਅੰਬ ਦਾ ਬੂਟਾ ਆ ਤੁਹਾਡੇ ਸਾਹਮਣੇ ਹੈ ਜਿਹੜਾ ਹੈ ਤੇ ਇਹਦੇ ਮੌਸਮ ਅਨੁਸਾਰ ਬਹੁਤ ਵਧੀਆ ਅੰਬ ਲੱਗਦੇ ਆ ਜੀ। ਚੌਧਰੀ ਸਾਹਿਬ, ਜਿਵੇਂ ਤੁਸੀਂ ਗੱਲਾਂ ਦੱਸੀਆਂ ਕਿ ਸ਼ੁਰੂ ਤੋਂ ਹੀ ਭਗਤੀ ਭਾਵਨਾ ਲੀਨ ਰਹਿੰਦੀ ਸੀ ਪਰਮਪਿਤਾ ਜੀ, ਗੱਦੀ ਤੋਂ ਬਾਅਦ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਿੰਡ 'ਚ ਕਿੰਨਾ ਕੁ ਆਉਣਾ ਜਾਣਾ ਰਹਿੰਦਾ ਸੀ? ਪਰਮਪਿਤਾ ਜੀ ਜਦੋਂ ਗੱਦੀ ਤੋਂ ਬਾਅਦ ਆਉਂਦੇ ਨਾ ਜੀ, ਉਹ ਨਗਰ ਦਾ ਇੰਨਾ ਸਤਿਕਾਰ ਕਰਦੇ ਸੀ ਕਿ ਸਾਡੇ ਇੱਕ ਸਕੂਲ ਬਣਿਆ ਉੱਥੇ, ਪ੍ਰਾਇਮਰੀ ਸਕੂਲ ਸੀ ਉਦੋਂ। ਪਰਮਪਿਤਾ ਜੀ ਪਿੰਡ 'ਚ ਵੜਨ ਤੋਂ ਪਹਿਲਾਂ ਜੀਪ ਉੱਥੇ ਰੋਕ ਕੇ ਅੱਛਾ ਉੱਥੋਂ ਤੁਰ ਕੇ ਆਉਂਦੇ, ਸਾਰਿਆਂ ਦਾ ਸਤਿਕਾਰ ਕਰਦੇ। ਜੇ ਕੋਈ ਚਾਚੀ ਲੱਗਦੀ ਜਾਂ ਮਤਲਬ ਤਾਈ, ਕੋਈ ਭਰਾ ਲੱਗਦਾ ਉਹਨੂੰ ਬਾਈ, ਚਾਚਾ, ਤਾਇਆ ਕਹਿ ਕੇ ਸਭ ਦੀ ਖੈਰ ਸੁੱਖ ਪੁੱਛ ਕੇ, ਫਸਲਵਾੜੀ ਪੁੱਛ ਕੇ, ਸਭ ਨਾਲ ਪ੍ਰੇਮ ਕਰਕੇ ਤੇ ਪਰਮਪਿਤਾ ਜੀ ਫਿਰ ਘਰੇ ਆਉਂਦੇ ਆਪਦੇ, ਫਿਰ ਉੱਥੋਂ ਚਾਹ ਚੂ ਪੀ ਕੇ ਫਿਰ ਦਰਬਾਰ 'ਚ ਆਉਂਦੇ। ਪਰਮਪਿਤਾ ਜੀ ਗੱਦੀ 'ਤੇ ਜਾਣ ਤੋਂ ਬਾਅਦ ਵੀ ਨਗਰ ਦੇ ਲੋਕਾਂ ਨਾਲ ਇੰਨਾ ਪ੍ਰੇਮ ਕਰਦੇ ਸੀ ਬੇਹੱਦ, ਤੇ ਲੋਕ ਵੀ ਪਰਮਪਿਤਾ ਜੀ ਦੀ ਗੱਲ ਮਤਲਬ ਐ ਨਹੀਂ ਸੀ ਵੀ ਪਰਮਪਿਤਾ ਜੀ ਦੀ ਗੱਲ ਤੋਂ ਬਾਹਰ ਹੋਣ। ਪਰਮਪਿਤਾ ਜੀ 32 ਸਾਲ ਰਹਿ ਗਏ, ਲੋਕਾਂ ਨੇ ਪਰਮਪਿਤਾ ਜੀ ਦੇ ਬਚਨਾਂ 'ਤੇ ਪੂਰੇ ਫੁੱਲ ਚੜ੍ਹਾਏ। ਪਰਮਪਿਤਾ ਜੀ ਦੀ ਸਤਸੰਗ ਆਏ ਸਾਲ ਕਰਵਾਉਂਦੇ, ਮਤਲਬ 10ਵਾਂ ਮਹੀਨਾ ਕਹਿ ਦਿੰਦੇ ਆ, 10ਵੇਂ ਮਹੀਨੇ ਦੀ 17 ਤਰੀਕ ਨੂੰ ਪਰਮਪਿਤਾ ਜੀ ਇੱਥੇ ਆਏ ਸਾਲ ਆਉਂਦੇ ਤੇ ਸਾਰੇ ਲੋਕਾਂ ਨੂੰ ਮਿਲਦੇ, ਕਿਸੇ ਨੂੰ ਪਗੜੀ ਦਿੰਦੇ, ਕਿਸੇ ਨੂੰ ਕੋਟੀ ਦਿੰਦੇ, ਕਿਸੇ ਨੂੰ ਟੋਪੀ। ਸਾਰੇ ਪਿੰਡ ਨੂੰ ਪਰਮਪਿਤਾ ਜੀ ਨੇ ਨਿਸ਼ਾਨੀਆਂ ਦਿੱਤੀਆਂ ਤੇ ਸਾਰੇ ਪਿੰਡ ਦਾ ਪਰਮਪਿਤਾ ਜੀ ਇੱਜ਼ਤ ਕਰਦੇ ਸੀ। ਪਰਮਪਿਤਾ ਜੀ ਦੀ ਇੱਜ਼ਤ ਵੀ ਲੋਕ ਜਿਹੜੇ ਪਰਮਪਿਤਾ ਜੀ ਦੇ ਬਾਬਿਆਂ ਦੀ ਜਗ੍ਹਾ ਲੱਗਦੇ ਸੀ, ਦਾਦਿਆਂ ਦੀ ਜਗ੍ਹਾ, ਉਹ ਵੀ ਪਰਮਪਿਤਾ ਜੀ ਨੂੰ ਪਿਤਾ ਜੀ ਕਹਿ ਕੇ ਬੁਲਾਉਂਦੇ ਸੀ। ਅੱਛਾ, ਉਹਨਾਂ ਟਾਈਮਾਂ 'ਚ ਗੱਦੀ 'ਤੇ ਜਾਣ ਤੋਂ ਬਾਅਦ ਲੋਕਾਂ ਨੇ ਪਰਮਪਿਤਾ ਜੀ ਨੂੰ ਖੁਦ ਪਰਮਾਤਮਾ ਮੰਨ ਲਿਆ ਸੀ। ਆਓ ਕੁਝ ਹੋਰ ਸੇਵਾਦਾਰਾਂ ਤੋਂ ਤੁਹਾਨੂੰ ਪਰਮਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਜੀ ਦੀਆਂ ਯਾਦਾਂ ਸੁਣਵਾਉਂਦੇ ਹਾਂ। ਮੇਰਾ ਨਾਮ ਪਾਲ ਜੀ, ਔਰ 1969 'ਚ ਇੱਥੇ ਸੇਵਾ ਦਾ ਮੌਕਾ ਮਿਲ ਗਿਆ ਸੀ ਰਹਿਣ ਦਾ ਪਰਮਪਿਤਾ ਦੇ ਨਾਲ, ਔਰ ਬਹੁਤ ਸਮਾਂ ਮਿਲਿਆ ਪਿਤਾ ਦੇ ਨਾਲ ਜਾਣ ਦਾ, ਰਹਿਣ ਦਾ। ਔਰ ਜੋ ਪਰਮਪਿਤਾ ਦਾ ਸਾਧ ਸੰਗਤ ਪ੍ਰਤੀ ਪਿਆਰ ਸੀ, ਔਰ ਜਦ ਕਈ ਵਾਰੀ ਸਰਦੀ ਸਤਸੰਗ ਹੁੰਦੀ ਤਾਂ ਕੋਈ ਬੱਚੇ ਰੋਣ ਲੱਗਦੇ, ਤੜਕੇ ਸਾਦੇ ਸਾਰਿਆਂ ਨੂੰ, ਬਈ ਬੱਚਿਆਂ ਨੂੰ ਉੱਥੇ ਜਾ ਕੇ ਜਗ੍ਹਾ ਨਹੀਂ ਸੀ ਜਿੱਤੇ 13 ਬੱਚ ਪਾ ਦੇਣੀ ਸੀ ਬੱਚਿਆਂ ਨੂੰ ਲਿਆ ਕੇ ਇੱਥੇ ਭਾਈ ਹੈ। ਪਰ ਸੰਗਤ ਨੂੰ ਸਰਦੀ ਨਹੀਂ ਲੱਗਣੀ ਚਾਹੀਦੀ, ਕਿਸੇ ਨੂੰ ਬਈ ਕੋਈ ਕੱਪੜਾ ਨਹੀਂ, ਕਮਰਾ ਮਿਲਣਾ ਚਾਹੀਦਾ ਹੈ। ਐਸਾ ਮੰਨ ਲਓ ਕਿ ਇਸ ਹਿਸਾਬ ਦੇ ਨਾਲ ਸੰਗਤ ਦੇ ਪ੍ਰਤੀ ਉਹਨਾਂ ਦਾ ਪਿਆਰ ਸੀ। ਜਦ ਕੋਈ ਮੰਨ ਲਓ ਕਿ ਜਿਵੇਂ ਹੁਣ ਹਜ਼ੂਰ ਪਿਤਾ ਜੀ ਮੋਹਨ ਲਾ ਲਓ, ਕਹਿੰਦੇ ਜਾ ਬਈ ਧੂੰਆਂ ਪਾ ਰਾਤ ਨੂੰ ਜਾ ਕੇ, ਹੈਂ ਭਾਈ ਤੂੰ ਕਰ, ਤੇ ਹੋਰ ਨਹੀਂ ਨਾ ਖਿਆਲ ਕਰਦਾ ਕੋਈ, ਜਾ ਕੇ ਰਾਤ ਨੂੰ ਧੂੰਆਂ ਲਾਉਂਦਾ ਭੰਡਾਰੇ ਤੇ ਸਾਰੇ ਹੈਂ। ਇਸ ਕਰਕੇ ਪਰਮਪਿਤਾ ਦੇ ਇਸ ਤਰ੍ਹਾਂ ਸਾਧ ਸੰਗਤ ਦੇ ਨਾਲ ਮੰਨ ਲਓ ਕਿ ਬਹੁਤ ਸਾਧ ਸੰਗਤ ਦੀ ਸੁਵਿਧਾ ਦਾ ਬੜਾ ਖਿਆਲ ਰੱਖਦੇ ਸੀਗੇ। ਲੰਗਰ ਪਾਣੀ ਦਾ, ਧੁੱਪ ਛਾਂ ਦਾ, ਰੋਜ਼ ਸਵੇਰੇ ਕਰਮ ਸਿੰਘ ਹੁੰਦਾ, ਉਹਨੂੰ ਕਹਿੰਦੇ ਕਰਮ ਸਿੰਘ ਭਾਈ ਮਜਲਿਸ ਤੋਂ ਪਹਿਲਾਂ ਜਾ ਕੇ ਪਹਿਲਾਂ ਦੇਖੀ ਹਵਾ ਕਿੱਧਰ ਨੂੰ ਜਾਂਦੀ ਹੈ। ਤਾਂ ਸੰਗਤ ਸਰਦੀ ਦਿਨ ਹੁੰਦੇ ਨਾ ਵੀ ਮਜਲਿਸ 'ਚ ਬੈਠਿਆਂ ਨੂੰ ਕਿਸੇ ਨੂੰ ਪਾਲਾ ਨਾ ਲੱਗੇ, ਉੱਥੇ ਸਟੇਜ 'ਤੇ ਲਾਇਓ ਜਿੱਥੇ ਹਵਾ ਨਾ ਲੱਗੇ ਸੰਗਤ ਨੂੰ। ਉਹ ਪਹਿਲਾਂ ਦੇਖਦਾ ਜਾ ਕੇ, ਕਰਮ ਸਿੰਘ ਹੁੰਦਾ ਸੀ ਬਾਈ ਆਪਣਾ, ਉਹ ਜਾ ਕੇ ਦੇਖਦਾ ਵੀ ਹਾਂ ਜੀ ਇੱਥੇ ਸਟੇਜ ਲਾਵਾਂਗੇ। ਉਹ ਮਾਨੋ ਸਾਧ ਸੰਗਤ ਦੇ ਨਾਲ ਇਤਨਾ ਪਿਤਾ ਜੀ ਦਾ ਪਿਆਰ ਸੀ, ਔਰ ਇਤਨਾ ਸਾਧ ਸੰਗਤ ਦਾ ਖਿਆਲ ਕਰਦੇ ਸੀਗੇ। ਇਸ ਵੇਲੇ ਅਸੀਂ ਸ਼ਾਹ ਮਸਤਾਨਾ ਜੀ ਧਾਮ ਵਿੱਚ ਮੌਜੂਦ ਹਾਂ ਤੇ ਸਾਡੇ ਇੱਥੇ ਆਉਣ ਦਾ ਮਕਸਦ ਬੇਪਰਵਾਹ ਪਰਮਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਕਿਵੇਂ ਬਤੀਤ ਕੀਤੀ ਉਹਨਾਂ ਨੇ, ਤੇ ਸਾਡੇ ਨਾਲ ਗੱਲਬਾਤ ਕਰਨ ਨੂੰ ਸਤਬ੍ਰਹਮਚਾਰੀ ਸੁੰਦਰ ਜੀ ਹੈਗੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਬਹੁਤ ਟਾਈਮ ਉਹਨਾਂ ਨੇ ਪਰਮਪਿਤਾ ਜੀ ਦੇ ਨਾਲ ਗੁਜ਼ਾਰਿਆ। ਤੇ ਸਭ ਤੋਂ ਪਹਿਲਾਂ ਤਾਂ ਇਹ ਜਨਮ ਮਹੀਨਾ ਹੈ ਤੇ ਜਨਮ ਦਿਹਾੜਾ ਉਹਨਾਂ ਕੀ ਕਹੋਗੇ? ਹਾਂਜੀ, ਮਾਲਕ ਦਾ ਜਨਮ ਦਿਹਾੜਾ ਬਹੁਤ ਖੁਸ਼ੀਆਂ 'ਚ ਗੁਜ਼ਰਿਆ ਤੇ ਮਾਲਕ ਨੇ ਬਹੁਤ ਦੁਨੀਆ ਦਾ ਭਲਾ ਕੀਤਾ, ਸਭ ਨੂੰ ਨਾਮਦਾਨ ਬਖਸ਼ਿਆ। ਤੇ ਬੜਾ ਸੋਹਣਾ ਟਪਾਇਆ ਮਾਲਕ ਨੇ। ਪਰਮਪਿਤਾ ਜੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਵੇਂ ਉਹ ਆਪਦੇ ਜੀਵਨ ਵਿੱਚ ਰਹਿੰਦੇ ਸੀ? ਪਹਿਲਾਂ ਹੀ ਆਪਦੇ ਜੀਵਨ ਵਿੱਚ ਸਾਡੇ ਪੂਰੇ ਰਹਿੰਦੇ ਸੀ, ਬਹੁਤ ਹੁਸ਼ਿਆਰ ਸਨ, ਪਿੰਡ ਦੀ ਜ਼ਿੰਮੇਵਾਰੀ ਲੈਂਦੇ ਸੀਗੇ। ਪਿੰਡ ਦਾ ਜਿਹੜਾ ਗੁਰਦੁਆਰਾ ਬਣਾਇਆ ਸੀਗਾ ਪਰਮਪਿਤਾ ਜੀ ਨੇ ਮਸਾਲਾ ਤੋਲ ਕੇ ਸਾਰਾ ਗੁਰਦੁਆਰਾ ਆਪਦੇ ਹੱਥੀਂ ਬਣਾਇਆ ਸੀ।
ਧਰਮ ਨੂੰ ਬੜੇ ਮੰਨਦੇ ਸੀ। ਮਸਤਾਨਾ ਜੀ ਦੇ ਦਰਸ਼ਨ ਕਰੇ ਤੇ ਮਸਤਾਨਾ ਜੀ ਨੂੰ ਫਿਰ ਮਾਲਕ ਮੰਨ ਲਿਆ ਉਹਨਾਂ ਨੇ। ਜੋ ਕੁਝ ਕਿਹਾ ਉਹ ਪ੍ਰਵਾਨ ਕਰਦੇ ਰਹੇ। ਜ਼ਿੰਦਗੀ ਉਹਨਾਂ ਨੇ ਮਾਲਕ ਦੇ ਲੇਖੇ ਲਾਈ। ਜੋ ਕੁਝ ਕਿਹਾ ਸ਼ਹਿਨशाह ਮਸਤਾਨਾ ਜੀ ਨੇ ਉਹ ਪਰਮ ਪਿਤਾ ਜੀ ਨੇ ਸਿਰ ਨਾਲ ਨਿਭਾਇਆ ਆਪਦੇ। ਫਿਰ ਪਿਤਾ ਜੀ ਨੇ ਜਿਹਦੇ ਪਿਤਾ ਜੀ ਦਾ ਸਮਾਨ ਲਿਆਂਦਾ ਜਲਾਲਾਣੇ ਤੋਂ ਸਾਰਾ ਘਰ-ਬਾਰ ਢਵਾ ਕੇ ਤੇ ਵੱਡੇ ਗੇਟ ਕੋਲ ਇੱਥੇ ਰੱਖ ਲਿਆ ਤੇ ਦੁਨੀਆ ਨੂੰ ਸਤਸੰਗ ਤੋਂ ਇੱਕ ਦਿਨ ਪਹਿਲਾਂ ਵੰਡਤਾ। ਫਿਰ 13 ਬਾਸ ਗੁਫਾ 'ਚ ਬਿਠਾਇਆ। ਮਨੀ ਰਾਮ, ਭੌਰਾ ਰਾਮ, ਬਖਤਿਆਰ ਸਿੰਘ ਇਹਨਾਂ ਨੇ ਮਸਤਾਨਾ ਜੀ ਨੇ ਪੁੱਛਿਆ ਵੀ ਗੁਫਾ ਤਿਆਰ ਹੋ ਗਈ ਕਿ हाँ जी हो गई। कि मैं इसके 3 बंद हो गए पे रखा 3 बंद लाते। 3 बंद लाते मस्ताना जी ने वचन कराया भी इसको 3 बंद गुफा को लगा दिया है। इत्थे सरदार सतनाम सिंह की कुर्बानी दे नाल मस्ताना जी गुफा विच परम पिता जी नूं बिठाउने आ। इन्हां दे भी असीं 3 बंद लाए है क्यों ना कोई हिला सकदा ना हिले। ਉਹ ਆਹੀ ਤੇਰਾ ਵਾਸ ਸੀਗਾ। आही 13 बास सी, आही 13 बास सी जिहड़े चाह हुण इत्थे हैगे। हाँ ਇਹ ਸਾਰਾ ਇਹ ਕੁਰਬਾਨੀ ਦਾ ਹੈ। 13 ਬਾਸ ਬਣਾਇਆ ਨਾ ਪਿਤਾ ਜੀ ਦਾ ਸਾਰਾ ਸਮਾਨ ਇੱਥੇ ਲੱਗਿਆ। ਮਤਲਬ ਦੂਜੀ ਪਾਤਸ਼ਾਹੀ ਦਾ ਜਿਹੜਾ ਘਰ ਢਵਾ ਕੇ ਪਰਮ ਮਸਤਾਨਾ ਜੀ ਨੇ ਲੈ ਕੇ ਆਂਦਾ ਸੀ ਉਹਦਾ ਬਣਾਇਆ ਉਹ ਇੱਟਾਂ ਜਿਹੜਾ ਸਮਾਨ ਸੀ ਘਰ ਦਾ ਉਹ ਘਰ ਦਾ ਸਮਾਨ ਇਹ ਇੱਟਾਂ ਗਾਡਰ ਜੋੜੀਆਂ ਸਾਰਾ ਸਮਾਨ ਪਰਮ ਪਿਤਾ ਜੀ ਦੇ ਘਰ ਦਾ ਲਾਇਆ ਕੁਰਬਾਨੀ ਦਾ ਸਮਾਨ। ਤੇ ਕੁਰਬਾਨੀ ਦਾ ਸਮਾਨ ਕਿਹਾ ਗਿਆ ਸੀ। ਹਾਂ ਕੁਰਬਾਨੀ ਦਾ ਸਮਾਨ। ਤੇ ਉਸ ਟਾਈਮ ਇਸ ਤੇਰਾ ਵਾਸ ਨੂੰ ਲੈ ਕੇ ਕੋਈ ਵਚਨ ਵੀ ਕੀਤੇ ਸੀ। बचन हाँ भी काल की ताकत नहीं इसको कोई हिला नहीं सकता। कोई उंगल नहीं कर सकता। उंगल करे तो उंगल कट देंगे। हाँ ਤੇ ਹੋਰ ਇਸ ਦਰਬਾਰ ਦੇ ਵਿੱਚ ਜਿਵੇਂ ਜਿਵੇਂ ਪਰਮ ਪਿਤਾ ਨੇ ਆਪਦਾ ਸਮਾਂ ਗੁਜ਼ਾਰਿਆ ਉਦਾਂ ਦੀਆਂ ਕੋਈ ਯਾਦਾਂ? समा गुजारिया वो तो बहुत ही अच्छा गुजारिया जी कहण सुन तो परे। बाकी कुल मालक ये वचन करते सी भी साढ़े हुक्म ना पता नहीं आता। ਤੇ ਜਿਹੜੀ ਗੱਦੀ ਦੀ ਰਸਮ ਸੀ ਉਹ ਵੀ ਐਸੇ ਪੰਡਾਲ ਵਿੱਚ ਹੋਈ ਸੀ। परमपिता जी दी ਜੀ हाँ परमपिता जी गद्दी की रस्म इत्थे हुई सी। उन्होंने इत्थे रस्म करी सी। शहनशाह जो समान लटाया उदों सारा मस्ताना जी ने जलूस कढ़ाया ਅੱਛਾ शहर च गड्डी नोटां दे हार पा के सारे शहर जलूस कढ़ाया। कहंदे अज सरदार सतनाम सिंह नूं बंदे तो रब बना रहे हैं। ते किसी ने देखा सतनाम कहने नहीं आ थोड़े सामने लिया के खड़ाता। जो इसके कंड के दर्शन करेगा वो भी नरक हो जाएगा। जिसने नाम लिया तो सारी जिम्मेवारी सत आत्मा से परमात्मा की। ਤੇ ਬਹੁਤ ਲੋਕ ਕਈ ਜਿਹੜੇ ਈਰਖਾਵਾਦੀ ਕਰਦੇ ਆ ਜਿਹੜੇ ਕਹਿੰਦੇ ਤਿੰਨੋਂ ਪਾਸ਼ੀਆਂ ਅੱਡ ਹਨ ਉਹਨਾਂ ਦੇ ਵਿਚਾਰ ਅੱਡ ਤੇ ਉਹਨਾਂ ਬਾਰੇ ਕੀ ਖਿਆਲ ਰੱਖਦੇ ਹੋ? ਇੱਕੋ ਹੈ ਇੱਕੋ ਸੀ ਤੇ ਇੱਕੋ ਰਹਿਣਗੇ ਵਿਚਾਰ। ਈਰਖਾਵਾਦੀ ਤਾਂ ਜਿਨ੍ਹਾਂ ਨੇ ਖਬਰਾਂ ਕਿੰਨੇ ਸਾਲਾਂ ਤੋਂ ਉਹਨਾਂ ਨੂੰ ਨਾਲ ਲਾਇਆ ਜਿਹੜੇ ਹੁਣ ਈਰਖਾ ਕਰਦੇ ਆ ਉਹਨਾਂ ਦੇ ਘਰੇ ਕੱਖ ਨਹੀਂ ਹੁੰਦਾ ਸੀਗਾ। ਪਹਿਲੀ ਵਾਰ ਉਹਨਾਂ ਦੇ ਪਿੰਡ ਗਏ ਤਾਂ 5 ਰੁਪਏ ਮਸਤਾਨਾ ਜੀ ਨੇ ਦਿੱਤੇ ਸੀ। ਰੋਟੀ ਪੱਕਣ ਨੂੰ ਪੈਸਾ ਹੈ ਨਹੀਂ ਸੀ। ਅੱਜ ਬਾਦਸ਼ਾਹ ਬਣਾਏ ਤਾਂ ਕਿਹਨੇ ਬਣਾਏ? ਸ਼ਹਿਨशाह ਮਸਤਾਨਾ ਜੀ ਨੇ ਪਰਮ ਪਿਤਾ ਜੀ ਨੇ ਇਹਨਾਂ ਨੇ ਬਣਾਏ। ਸਟੋਰੀ ਵਿੱਚ ਅਸੀਂ ਤੁਹਾਨੂੰ ਡੇਰਾ ਸੱਚਾ ਸੌਦਾ ਦੂਜੀ ਪਾਤਸ਼ਾਹੀ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਤੁਹਾਨੂੰ ਗੱਲਾਂ ਬਾਤਾਂ ਸੁਣਾਈਆਂ। ਤੇ ਮੇਰੇ ਪਿੱਛੇ ਜਿਹੜੀ ਤੁਸੀਂ ਤੇਰਾਵਾਸ ਦੇਖ ਰਹੇ ਹੋ ਸ਼ਾਹ ਮਸਤਾਨਾ ਜੀ ਦੀ ਉਹ ਤੇਰਾਵਾਸ ਹੈ ਜਿਸ ਦਾ ਬੇਪਰਵਾਹ ਸਾਈਂ ਮਸਤਾਨਾ ਜੀ ਨੇ ਪਰਮ ਪਿਤਾ ਜੀ ਦੇ ਘਰੋਂ ਜਿਹੜਾ ਸਮਾਨ ਜਿਹੜਾ ਤੋੜ ਫੋੜ ਕੇ ਜਿਹੜਾ ਸਮਾਨ ਲਿਆਂਦਾ ਗਿਆ ਸੀ ਘਰ ਦਾ ਐਸੇ ਆਸ਼ਰਮ ਵਿੱਚ ਲਿਆਂਦਾ ਗਿਆ ਸੀ ਪੰਡਾਲ ਵਿੱਚ। ਤੇ ਆਸ਼ਰਮ ਦਾ ਜਿਹੜਾ ਘਰ ਦਾ ਜਿਹੜਾ ਪਰਮ ਪਿਤਾ ਜੀ ਦਾ ਜਿਹੜਾ ਸਮਾਨ ਸੀ ਉਹ ਸੰਗਤ ਵਿੱਚ ਲੁਟਾ ਦਿੱਤਾ ਗਿਆ ਸੀ। ਤੇ ਗਾਡਰ ਤੇ ਜਿਹੜੀਆਂ 2 ਚੀਜ਼ਾਂ ਇੱਟਾਂ ਸੀਗੀਆਂ ਉਹ ਰੱਖ ਕੇ ਇਸ ਜਿਹੜੇ ਤੇਰਾਵਾਸ ਦਾ ਨਿਰਮਾਣ ਕਾਰਜ ਹੈ ਪਰਮ ਪਿਤਾ ਜੀ ਦੇ ਘਰ ਦੀ ਜਿਹੜੀ ਇੱਟਾਂ ਸੀਗੀਆਂ ਉਸੇ ਇੱਟਾਂ ਰਾਹੀਂ ਇਹ ਜਿਹੜਾ ਤੇਰਾਵਾਸ ਦਾ ਜਿਹੜਾ ਨਿਰਮਾਣ ਕਾਰਜ ਪੂਰਾ ਕੀਤਾ ਗਿਆ ਸੀ। ਤੇ 3 ਬੰਦ ਲਗਾਏ ਗਏ ਸੀ ਜਿਸ ਤਰ੍ਹਾਂ ਸੁੰਦਰ ਬਾਬਾ ਜੀ ਨੇ ਦੱਸਿਆ ਕਿ 3 ਬੰਦ ਲਗਾਏ ਗਏ ਸੀ ਤੇ ਸਾਈਂ ਜੀ ਨੇ ਵਚਨ ਕੀਤੇ ਸੀ ਕਿ 3 ਬੰਦਾਂ ਨੂੰ ਭੁਚਾਲ ਆ ਜੇ ਕੁਛ ਵੀ ਆ ਜੇ ਮੀਂਹ ਤੂਫਾਨ ਕੁਛ ਵੀ ਆ ਜੇ 3 ਬੰਦ ਨੂੰ ਕੋਈ ਕਾਲ ਦੀ ਤਾਕਤ ਹਿਲਾ ਨਹੀਂ ਸਕਦੀ। ਇਹ ਜਿਉਂ ਦੇ ਤਿਉਂ ਤੇਰਾਵਾਸ ਉਦੋਂ ਦਾ ਹੀ ਜਦੋਂ ਦਾ ਮਸਤਾਨਾ ਨੇ ਬਣਾਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਵੇਂ ਦਾ ਉਵੇਂ ਮਜ਼ਬੂਤ ਚੱਟਾਨ ਵਾਂਗ ਖੜਾ ਹੈ। ਤੁਹਾਨੂੰ ਇਹ ਸਾਡੀ ਸਟੋਰੀ ਕਿਵੇਂ ਲੱਗੀ? ਫੇਸਬੁੱਕ ਤੇ ਅਤੇ YouTube ਤੇ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਅੱਗੇ ਵੀ ਅਸੀਂ ਤੁਹਾਨੂੰ ਹੋਰ ਡੇਰਾ ਸੱਚਾ ਸੌਦਾ ਦੀਆਂ ਜਿਹੜੀਆਂ ਤਮਾਮ ਜਿਹੜੀਆਂ ਗਤੀਵਿਧੀਆਂ ਇੱਦਾਂ ਹੀ ਵੀਡੀਓ ਰਾਹੀਂ ਤੁਹਾਨੂੰ
पेश करते रहेंगे। देश विदेश की तमाम खबरों से जुड़े रहने के लिए सब्सक्राइब करें सच कहूं और बेल आइकन प्रेस करके पाएं हर लेटेस्ट अपडेट सबसे पहले।